सतनाम श्री वाहिगुरु साहिब जी। सलोक महला तीजा। रैणायर माहे अनंत है, कूड़ी आवे जाए। पाणे चले आपने, बहुती लहै सजाए। रैणायर माहे अनंत है, कूड़ी आवे जाए। पाणे चले आपने, बहुती लहै सजाए। रैणायर महे सब किछ है, कर्मी पल्ले पाए। नानक नव निद पाइए, जे चले तिसर जाए। रैणायर महे सब किछ है, कर्मी पल्ले पाए। नानक नौ निद पाइए, जे चले तिसर जाए। वाहिगुरु जी का खालसा, वाहिगुरु जी की फतेह। परम सन्मान ते सत्कारयोग सतगुरां दी साजी नवाजी गुरु खालसा साध संगत, श्री अकाल पुरख वाहिगुरु दी किरपा मेहरामत है, जिसका सदका गुरु दरबार विखे हफ्तावारी समागम विच शमूलीयत करन दा सुभाग प्राप्त होया। जिथे गुरु के दर्शन कीते ने, उथे गुरु के कीर्तनियां दी पावन रसना तो शब्द कीर्तन गुरु जस श्रवण कीता है। ते हुण आपां शब्द विचार श्रवण करनी है। टकसाल दे विच मर्यादा है, जो कोई कथा करदा होवे अपनी लड़ीवार, वो किते भी अपनी लड़ीवार कथा कर सकदा है। इत्थों तक श्री गुरु ग्रंथ साहिब जी की लड़ीवार कथा रामकली की पहली वार दे शेष लोक पौड़ियां संपूर्ण हुई। उस तो अगला शब्द की विचार है। अनंत वाहिगुरु परमेश्वर, जिसका अंत नहीं। वैसे तो गुरु ग्रंथ साहिब जी अंदर भट्टां ने पंचम पातशाह जी के जस के संबंध विच भी ये शब्द कह दिते। अंत न पावत देव श्रवै मुन, इंद्र महा शिव जोग करी पुन वेद ग्रंथ विचार रहो, हर जाप न छाड़ियो एक करी। मथुरा जन को प्रभ दीन दयाल है, संगत सृष्ट निहाल करी। रामदास गुरु जगतारन का, गुरजोत सो अर्जुन माहि तरी। ओ जोत
ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਨਾ ਕਿਸੇ ਸਾਰੇ ਮੁਨੀ ਜਨਾਂ ਨੇ ਅੰਤ ਪਾਇਆ, ਨਾ ਇੰਦਰ ਨੇ ਅੰਤ ਪਾਇਆ, ਨਾ ਸ਼ਿਵ ਜੀ ਨੇ ਅੰਤ ਪਾਇਆ। ਸਭ ਨੇ ਅਨੰਤ ਹੀ ਕਿਹਾ। ਉਹ ਜੋ ਅਨੰਤ ਵਾਹਿਗੁਰੂ ਪਰਮੇਸ਼ਰ ਹੈ, ਬੇਅੰਤ 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 ਕੋ ਕਰੰਤ ਪਾਠ ਵੇਖੀਏ। ਉਹ ਵਾਹਿਗੁਰੂ ਦੇ ਜਸ ਨੂੰ ਗਿਆਨ ਕਰਦੇ। ਵੇਦ ਵੀ ਬੇਅੰਤ ਕਹਿੰਦੇ ਨੇ, ਸਿਮਰਤੀਆਂ ਵੀ ਬੇਅੰਤ ਕਹਿੰਦੀਆਂ, ਸ਼ਾਸਤਰ ਵੀ ਬੇਅੰਤ ਕਹਿੰਦੇ ਨੇ। ਬ੍ਰਹਮਾ ਵੀ ਬੇਅੰਤ ਕਹਿੰਦਾ, ਵਿਸ਼ਨੂੰ ਵੀ ਬੇਅੰਤ ਕਹਿੰਦਾ, ਸ਼ਿਵ ਜੀ ਵੀ ਬੇਅੰਤ ਕਹਿੰਦਾ। ਅੰਤ ਕੋਈ ਨਹੀਂ ਪਾ ਸਕਦਾ। ਉਹ ਬੇਅੰਤ ਅਨੰਤ ਪਰਮੇਸ਼ਰ ਹੈ ਕਿੱਥੇ, ਰਹਿੰਦਾ ਕਿੱਥੇ ਹੈ? ਇੱਕ ਵਾਰ ਪੁੱਛਿਆ ਸੀ ਤੇ ਸਤਿਗੁਰਾਂ ਦਾ ਉੱਤਰ ਸੀ, ਨਿਜ ਕਰ ਮੇਰੋ ਸਾਧ ਸੰਗ ਹੈ ਨਾਰਦ ਮੁਨ। ਮੇਰਾ ਆਪਣਾ ਘਰ ਸਾਧ ਸੰਗਤ ਹੈ। ਗੁਰਬਾਣੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਉਸ ਪਰਮੇਸ਼ਰ ਦਾ ਟਿਕਾਣਾ ਦੱਸਦੇ ਹੈ ਕਿ ਉਹ ਰੱਬ ਕਿੱਥੇ ਹੈ। ਆਓ ਮਨ ਵਿਰਤੀਆਂ ਗੁਰ ਚਰਨਾਂ ਵਿਖੇ ਜੋੜ ਕੇ ਜੋ ਸਤਿਗੁਰੂ ਜੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ। ਕੋਈ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ ਕਿੰਨੀ ਕੁ ਉਪਮਾ ਵਡਿਆਈ ਹੈ। ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਰਮੇਸ਼ਰ ਦੇ ਗੁਣ ਗਾਇਨ ਕਰਦੇ, ਸ਼ਬਦ ਵਿੱਚ ਉਪਦੇਸ਼ ਦਿੰਦੇ ਨੇ। ਸ਼ਰਵਣ ਕਰੀਏ। ਸ਼ਲੋਕ ਮਹੱਲਾ ਤੀਜਾ। ਰੈਣ ਆਇਰ ਮਾਹਿ ਅਨੰਤ ਹੈ, ਕੂੜੀ ਆਵੈ ਜਾਏ। ਜਦੋਂ ਪਦ ਅਰਥ ਪੜ੍ਹੀਏ, ਸ਼ਬਦਾਰਥ ਪੜ੍ਹੀਏ ਤਾਂ ਰਾਇਣ ਆਇਰ ਦਾ ਅਰਥ ਸਮੁੰਦਰ ਲਿਖੀਏ। ਸਮੁੰਦਰ ਕਿਹੜਾ ਹੈ? ਸਮੁੰਦਰ ਦੇ ਵਿੱਚ ਮੱਛ ਮੱਛੀਆਂ ਜਾਲ ਕੋਈ ਪਾ ਕੇ ਵੇਖੇ, ਉਹਨੂੰ ਮੱਛ ਮੱਛੀਆਂ ਵਗੈਰਾ ਹੀ ਮਿਲਣਗੇ। ਕੋਈ ਡੂੰਘਾਈ ਵਿੱਚ ਜਾਵੇਗਾ ਤੇ ਉਹਨੂੰ ਹੀਰੇ ਮੋਤੀ ਮਿਲਣਗੇ। ਜਿੰਨੀ ਕੁ ਕੋਈ ਡੂੰਘਾਈ ਵਿੱਚ ਪਹੁੰਚ ਜਾਵੇਗਾ, ਉਹਨਾਂ ਕੁ ਉਸਨੂੰ ਖਣਜ ਪਦਾਰਥ ਸਮੁੰਦਰ ਵਿੱਚੋਂ ਮਿਲ ਜਾਵੇਗਾ। ਸਮੁੰਦਰ ਸਾਰੇ ਖਜ਼ਾਨਿਆਂ ਦਾ ਵੱਡਾ ਖਜ਼ਾਨਾ ਸਮੁੰਦਰ ਨੂੰ ਮੰਨਿਆ। ਜਿੰਨੇ ਹੀਰੇ ਪੰਨੇ ਮੋਤੀ ਆਦਿਕ ਸਮੁੰਦਰ ਵਿੱਚ ਨੇ, ਕਿਸੇ ਰਾਜੇ ਕੋਲ ਨਹੀਂ। ਜਿੰਨਾ ਕੋਈ ਉਸ ਵਿੱਚ ਡੁੱਬੀ ਮਾਰ ਲਵੇਗਾ, ਉਹਨਾਂ ਹੀ ਉਸ ਨੂੰ ਖਜ਼ਾਨਾ ਉਹਦੇ ਵਿੱਚੋਂ ਪ੍ਰਾਪਤ ਹੋ ਜਾਏਗਾ। ਹੁਣ ਨਹੀਂ ਤੇ ਜਿਸ ਨੇ ਉਹਦੇ ਚੋਂ ਪ੍ਰਾਪਤ ਕੁਝ ਨਹੀਂ ਕਰਨਾ ਤੇ ਉਹ ਤੇ ਚੋਲੀ ਭਰ ਕੇ ਵੇਖੇਗਾ। ਗੁਰਬਾਣੀ ਵਿੱਚ ਵੀ ਕਹਿ ਦਿੱਤਾ ਹੈ, ਪਾਲ ਸਮਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਕੋਈ ਪਾਣੀ ਪੀ ਨਹੀਂ ਸਕਦਾ, ਕਿਉਂ? ਕਹਿੰਦੇ ਖਾਰਾ ਹੈ। ਜਿਸ ਨੇ ਖਣਜ ਪਦਾਰਥ ਨਹੀਂ ਵੇਖੇ, ਜਿਸ ਨੇ ਖਜ਼ਾਨਾ ਨਹੀਂ ਵੇਖਿਆ, ਉਹ ਤੇ ਸਮੁੰਦਰ ਦਾ ਖਾਰਾ ਪੁਣਾ ਹੀ ਵੇਖਿਆ, ਹੋਰ ਕੁਝ ਨਹੀਂ ਵੇਖਿਆ। ਇਹ ਤੇ ਖਾਰਾ ਹੈ। ਹਾਂ, ਕਿਸੇ ਨੇ ਕੁਝ ਪੇਟ ਦੀ ਖਾਤਰ ਚਾਹਿਆ ਤੇ ਉਸਨੇ ਮੱਛੀਆਂ ਮੱਛ ਵਗੈਰਾ ਪਕੜ ਕਰਕੇ ਪੇਟ ਦਾ ਭੋਜਨ ਬਣਾ ਲਿਆ। ਬਸ ਇੱਥੇ ਤੱਕ ਸੀਮਤ ਹੈ। ਜਿਸ ਨੇ ਡੁੰਘਾਈ ਵਿੱਚ ਜਾ ਕੇ ਕੁਝ ਖਜ਼ਾਨਾ ਪ੍ਰਾਪਤ ਕਰਨਾ ਚਾਹਿਆ, ਉਹਨੇ ਹੀਰੇ ਮੋਤੀ ਵੀ ਖਜ਼ਾਨਾ ਪ੍ਰਾਪਤ ਕਰ ਲਿਆ। ਇਸੇ ਤਰ੍ਹਾਂ ਹੀ ਰਾਣ ਆਇਰ ਸਮੁੰਦਰ ਕੀ ਹੈ? ਇੱਥੇ ਅਨੰਤ ਹੈ ਕਿ ਸਮੁੰਦਰ ਦੇ ਵਿੱਚ ਅਨੰਤ ਹੈ। ਜਿਵੇਂ ਸਮੁੰਦਰ ਦੇ ਵਿੱਚ ਖਜ਼ਾਨਾ ਬੇਅੰਤ ਹੈ,
ਇਸੇ ਤਰ੍ਹਾਂ ਹੀ ਸਮੁੰਦਰ ਕੀ ਹੈ? ਅਨ ਸੰਸਾਰ ਨੂੰ ਸਮੁੰਦਰ ਕੇ संसार समुंदे तार दो गोविंदे तार लै बाप बिठला। संसार समुंदर गुरबाणी ने संसार नूं समुंदर के इत्थे भी रहनार संसार नूं समुंदर दा वाचक है। संसार समुंदे तार गोविंदे तार लै बाप बिठला। संसार समुंदर है। हे इंद्रियां दे प्रकाश के वाहिगुरु कृपा कर मैनू ये संसार समुंदर तो तार लेना कर। पर ये शब्द उदों अंदरों निकल लगे कि जदों गुरु की शरधा भावना शब्द दे विच जुड़ी होवेगी। शरधा भावना ही, क्योंकि शास्त्रकारां दा कथन है कि भावो ही विदते देवा। जिहड़ी भावना है, जिहड़ी शरधा है, शरधा भावना ही ज्ञान का प्रकट करने वाली है। जे शरधा भावना नहीं तो उन्हें कुछ भी नहीं है, उन्हें कुछ प्राप्त नहीं होता। शब्द की शरधा भावना जिस दे अंदर है वो इस समुंदर विचों सारे ही खजाने प्राप्त कर ले। धन गुरु अमरदास महाराज जी दे पावन बाणी गुरसिख नितनेम विच पढ़ते ने श्री आनंद साहिब। सतगुरु पातशाह महाराज जी कथन करते ने, एहो वेश संसार तुम देख दे, एहो हर का रूप है, हर रूप नजरी आया। आ संसार जितना तुसी वेखदे हो, कहते हो ये तो संसार के विष रूप है, जहर रूप है। पर यह हर रूप नजरे आया है परमेश्वर रूप। यही संसार ते परमेश्वर रूप है। ये संसार समुद्र के अंदर ही रहनायर माहे अनंत है। अंत तो परे परमेश्वर है। उसके दो रूप कथन किए ने, गुरबाणी ने भी शास्त्रों ने भी। एक निर्गुण ब्रह्म है, एक सरगुण ब्रह्म है। गुरसिख निर्गुण का उपासक है ते सरगुण का भी उपासक है। ते निर्गुण स्वरूप है जिहड़ा वो परमेश्वर रूप ना रेख ना रंग के त्रेहो गुण ते प्रभ भिन्न तिसै बुझाए नानका जिस होवै सो प्रसन्न। पंचम पातशाह जी का गुरबाणी कथन है। कलगीधर पातशाह महाराज कहते हैं, चक्कर चिन्ह अर वर्ण जाते अर पात नहर जे रूप रंग या लेट पे को कह ना सकत के। कोई विचार है दोवां, कोई नहीं कह सकता वह कैसा स्वरूप है। वो निर्गुण स्वरूप है। सरगुण स्वरूप जदों गुणां दे सहित हुंदा है उन्हें सरगुण कहते हैं। परमेश्वर का निर्गुण ब्रह्म दे विच अपना कोई स्वरूप नहीं है। भावना धारदा होया जग्यासू जदों उसनूं किसी रूप कर करके चिंतन करदा है तो उही रूप दे विच उहदे सामने आ जाता है। उहदा अपना रूप कोई नहीं। जैसे भावना के नाल कोई उस परमेश्वर नूं याद करदा है तो उही रूप हो करके उहदे सामने विखाई दे रहे। पटना साहिब जाइए, जदों कलगीधर पातशाह जी बाल लीला करते सन ते एक पंडित ने सुनिया कन्ना दे अंदर गोविंद राय दी उपमा। कहता सुनिया कृष्ण विच कृष्ण जी नूं गोविंद गोविंद कहते सन क्योंकि गौआं दा चरावा सी ते ओ ते परमेश्वर स्वरूप सन, भगवान सन। जे ये भी उही गोविंद स्वरूप ने ते फिर मैनू उही रूप दे विच राम रूप विच कृष्ण रूप विच ते मैनू दर्शन देण, फिर तां मैं मन जावां भी हाँ उही स्वरूप ने, क्योंकि मैं ते उसनूं भगवान स्वरूप मनदा हाँ।
ਗੰਗਾ ਦੇ ਕੰਢੇ ਤੇ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ, ਉਸ ਦੇ ਵਿੱਚ ਖੜਾ ਪੂਜਾ ਕਰ ਰਹੇ ਹੈ। ਕਲਗੀਧਰ ਪਾਤਸ਼ਾਹ ਜੀ ਬਾਲਕਾਂ ਨੂੰ ਨਾਲ ਲੈ ਕੇ ਖੇਡਦੇ ਉਸ ਮੰਦਿਰ ਦੇ ਪਿੱਛੇ ਬੱਚੇ ਰੋਕ ਦਿੱਤੇ। ਆਪ ਉੱਥੇ ਗਏ ਨੇ, ਪੰਡਤ ਪੂਜਾ ਕਰ ਰਿਹਾ ਹੈ, ਧੂਪ ਬੱਤੀ ਕੀਤੀ ਹੋਈ ਹੈ, ਅੱਖਾਂ ਮਿੱਟੀ ਫੜੋਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਦੇ ਪਿਛਲੇ ਪਾਸੇ ਦੀ ਹੋ ਕੇ ਕਹਿੰਦੇ, ਪੰਡਤ ਜੀ ਝਾਤ। ਝਾਤ ਦਾ ਅਰਥ ਪੰਜਾਬੀ ਠੇਠ ਵਿੱਚ ਹੈ ਵੇਖ। ਪੰਡਤ ਜੀ ਝਾਤ। ਜਿਸ ਵੇਲੇ ਇਹ ਕਿਹਾ, ਉਸ ਨੂੰ ਉਹੀ ਸਰੂਪ ਦਰਸ਼ਨ ਹੋਏ। ਫਿਰ ਟਹਿ ਪਿਆ, ਹਾਂ ਉਹੀ ਸਰੂਪ। ਗੁਰੂ ਪਰਮੇਸ਼ਰ ਸਰੂਪ ਹੈ, ਮਾਨੁਖ ਕਾ ਕਰ ਰੂਪ ਨਾ ਜਾਣ। ਗੁਰਬਾਣੀ ਕਹਿੰਦੀ ਹੈ, ਭਾਈ ਕਿਤੇ ਗੁਰੂ ਨੂੰ ਬੰਦੇ ਦਾ ਸਰੂਪ ਨਾ ਜਾਣ ਬੈਠੀ। ਗੁਰੂ ਮਨੁੱਖ ਨਹੀਂ ਹੈ, ਗੁਰੂ ਤੇ ਪਰਮੇਸ਼ਰ ਨੇ ਹੀ ਤੇਰੇ ਕਲਿਆਣ ਅਰਥੇ ਇੱਕ ਸਰੀਰ ਧਾਰਨ ਕੀਤਾ ਹੈ। ਅੱਜ ਉਹ ਗੁਰੂ ਸ਼ਬਦ ਸਰੂਪ ਹੋ ਕੇ ਸਾਡੀ ਕਲਿਆਣ ਕਰ ਰਹੇ ਹੈ। ਪਰਮੇਸ਼ਰ गुरु परमेश्वर है, गुर परमेश्वर एक है, सब में रहे समाये। गुरबाणी का कथन है, गुरु शब्द स्वरूप है, कागज नहीं, शब्द स्वरूप है। जिसने वेख्या ते कहते ते एक बड़ी सारी किताब है, पर जिसने शब्द नूं वेख्या वो किताब नहीं मनदा, कहंदा शब्द स्वरूप है। शब्द गुर पीरा जहर गंभीरा, बिन शब्द है जग बौरान। ओ ऐसे संसार दे समुद्र दे विच अनंत स्वरूप हो रहा है, नायन माहे अनंत है। इसे संसार समुद्र दे विच ही ओ अंत तो परे परमेश्वर वाहिगुरु व्यापक स्वरूप हो रहे है। कैसे व्यापक हो रहे है? गुरबाणी का फरमान है, सगल बनस्पत मह वै सांतर। जितनी बनस्पति है सारी दे विच अग्नि का स्वरूप है। हुण असीं कहांगे हरे हरे बनस्पति खड़ोती, इहदे च अग कित्थे है? अग ते बिना प्रफुल्लता नहीं। शरीर विच अग्नि की घाट हो जाए, हैजा हो के शरीर का अंत हो जाता है। ऐसे ही सारी वनस्पति विच भी ओ अग्नि जैसे व्यापक रूप है। सगल दुध में घिया, सारे दुध विच घ्यो व्यापक स्वरूप है। इस तरह ही सारे संसार के अंदर घट घट माधव जीआ, सारे शरीरां दे अंदर जीवां दे अंदर माया दा अधोपति परमेश्वर व्यापक हो रहे। पर इस संसार दे विच चुभे मारन दी बजाए मनुख की करदा है? कूड़ी आवे जाए। कूड़ी झूठियां गल्लां दे विच लग लग करके आवे जाए, आउण जाण दे विच है, आवागुण विच फसिया फिरदा। इत्थे संसार दे अंदर कूड़ियां झूठियां गल्लां, कोई विचार लैनी होवे ते सतगुरु जी कहंदे बड़िए पढ़िया पास, उथे पाप पुन विचारी है, कूड़े घटै रास। जिन्हां ने गुरबाणी नूं पढ़िया उन्हां दे कोल बैठ के विचार करिए ते फिर कुछ प्राप्त हुंदा है। कूड़ा घटै रास, झूठ दी पूंजी फिर घटदी है। जे पता लेना होवे ते बहिए, ते नहीं ते तुरिया जांदा। जिवें वो सुणाउंदे हुंदे एक साखीकार लोग, कहंदे एक बंदे ने एक बकरी दा मेमना चक्या होए ते वो तुरिया जांदा। ठगा ने सोचिया इहनूं ते ठगना है, ये साडे काम आवेगा। चार जने दूर दूर थोड़ी थोड़ी दूर ते खड़ो गए। एक कहण लगा, की गल कतूरा चक्की जाना है तू? वो कहना दोगी कतूरा थोड़ो है, मेरे को इतना भटोरा है, ये कतूरा ही दसता है। थोड़ी दूर गया, उन्हें फिर जाने को कह देता, ओ तू कुत्ते कुत्ता चक्की जाना है।
देखने लग पिया, नहीं कुत्ता तो नहीं है, ये तो भठोरा है। होर अगे गया तो एक होर मिल पिया। गल तो सारिਆਂ ਦੀ इकट्ठी की हुई सी, मिली हुई सी, 4 जणियां दी भी ठगना। उन्हें भी वही गल कह दी। फिर अपनी आँखों ते शक होना आरंभ हो गया भी सही मैं वैसे भठोरे ही चकी जाना, कदे कुत्ता ही तो नहीं, ਜਿਹੜਾ मिलता है तू कुत्ता चकी जाना, ਜਿਹੜਾ मिलता है कुत्ता चकी जाना। ਜਦੋਂ चौथा मिलिया आखिरकार चुक के थले मारिया भठोरा, कहता मैं कुत्ता चकी जाना, मैं तो समझे सी भठोरा। वो अपना गवा बैठे, वो चुक के तुरदे हुए ठग ले। ऐसे ठग लोग संसार च ठगियां मारन वाले बहुत ने। तुरे जाते सिख नूं तेनों पता भी है, गुरुद्वारे जाने शब्द की होंदा है, एवें बाबियां मगर लग्या फिरदे हैं। वो तो अपनी पूजा कराने वास्ते तुरे फिरदे है, चोले पा के फलाना होया फिरदे है। उन्होंने पुछ ले जाके भी जे तैं कुछ लैना तो तू सामने हो के पुछ, तेन उत्तर मिल जाएगा भी की है। दूजे तुरे जाने कहना ओनू पुछे, वो तू पुछ आके, फिर तेन उत्तर दे देवांगे तेरे विच है कि नहीं। नहीं प्राप्त नहीं करना ठगा वांग। और एक गल मिथी हुई है, 10 बंदियां नूं कह दिओ आ गल है, आ गल है, आ गल है, तो जदों बंदा सुनेगा है ठगिया गया, तो सतगुरु पातशाह महाराज जी उचार करते हाँ, कूड़ी आवे जाए झूठ वाले पुरुष आउण जाण विच रहिंदा। पाण चलै आपण बहुती लहै सजाए। भाणे, भाणे का अर्थ हुक्म भी है, भाणे का अर्थ मर्जी भी है। भाणे चले अपने, जदों ते भाणा हुक्म है वो गुरु है। अपना हुक्म नहीं हुंदा, अपने ते अपनी मर्जी हुंदी है। इत्थे अपने का भाव है। यथा प्रकरण तथा अर्थम, कोई शब्द का अर्थ नहीं हुंदा पद का, जैसा प्रकरण होवे उहदे नाल उह जिहा उहदा अर्थ बन जाए। तो सतगुरु पातशाह जी उचारण करते ने भाणा चलै अपना, अपनी मर्जी नाल चलदा, गुरु की तो गल ही नहीं सुनता, किसी की तो गल ही नहीं सुनता, अपनी सुना के राजी है। तो होवेगा कि सतगुरु पातशाह जी कहते होना की है, बहुत ही लहर सजाए, जमा दे बड़ी भारी सजा लवेगा। महे सब किछ है, कर्मी पल्ले पाए। वैन आयर वही फिर पद आ गए। संसार समुद्र दे विच अनंत वाहिगुरु परमेश्वर सर्वरूप होके वरत रहे। दशमेश पिता महाराज जी ने ऐसे करके ही किया कि सर्वत्र देश है, के सर्वत्र पेश है, के सर्वत्र जा हो, के सर्वत्र भाव हो। वो सारे देशों में है, सारे ही भेषां में है, सारे ही जगह ते है, ते सारे ही रूप है। भाव रूप नूं कहते हैं, सर्वत्र भाव हो। जो वाहिगुरु है के अर्थ जो वाहिगुरु है वो सारे ही रूप है। ये हर का रूप है, हर रूप नजरी आया। सतगुरु पातशाह महाराज जी फरमान करते ने ਇਹਦੇ ਵਿੱਚ सब कुछ ही है पर पल्ले नहीं पैंदा। क्यों? कूड़ी है ना। करनी पल्ले पाए हाँ करनी, गुरु की बख्शिश प्राप्त हो जाए। शुभ कर्म कीते फिर प्रगट हो जाते ने, फिर बुद्धि रूप पल्ले दे विच पैंदा। नानक नौ निध पाइया, जे चलै तिसर जाए। धन गुरु अमरदास जी उच्चारण करने तिसै तिस परमेश्वर दी रजा विच, ओदी आग्या विच, ओदे हुक्म विच जे चलेगा। हुक्म ही होवन जी, हुक्म मिले वडियाई।
ਸਾਰੇ ਜੀਵ ਉਹਦੇ ਹੁਕਮ ਵਿੱਚ ਪੈਦਾ ਹੋਏ ਨੇ। ਜਦੋਂ ਉਹਦੇ ਹੁਕਮ ਵਿੱਚ ਚੱਲਦਾ ਫਿਰ ਵਡਿਆਈਆਂ ਵੀ ਪ੍ਰਾਪਤ ਹੋ ਜਾਂਦੀਆਂ। ਜਿਨੀ ਨਾਨਕ ਐਸਾ ਹਰ ਪੂਜਿਆ ਤਿਨ ਹਰ ਪੂਜ ਕਰਾ। तो सतगुरु पातशाह जी उच्चारण करते ने कि हे भाई नानक नौ नित पाई है संसार दे अंदर। जे करके दस वाहिगुरु दी रजाए आज्ञा विच चलांगे, वाहिगुरु दा हुक्म है, तां फिर नौ नित नौ प्रकार दे खजाने सारे ही प्राप्त हो जांदे। महला तीजा सहज सतगुर ना सेवियो, विच हऊ मैं जन्म विनाश। अगले हिस्से श्लोक दे विच सतगुरु गुरु अमरदास महाराज जी उच्चारण करते ने। कई गुरमुखे भी कहते ने भी गिनती पौड़ियां दी है। ਜਿਹੜੇ श्लोक ने एक एक पौड़ी नाल कई कई आ जाते हैं। ਕਿਸੇ ਹੱਦ ਤੱਕ ਠੀਕ ਹੈ, ਛਕਣ ਦੀ ਲੋੜ ਹੀ ਨਹੀਂ ਹੈ। ਅਸੀਂ ਬਣੇ ਬਣਾਏ ਹੀ ਸਿੱਖ ਹਾਂ। ਯਾਦ ਕਰਿਓ ਕੇਵਲ ਬਾਹਮਣਾਂ ਨੂੰ ਨਹੀਂ ਕਿਹਾ, ਸਾਨੂੰ ਵੀ ਕਿ ਭਗਤ ਜੀ ਦਾ ਫਰਮਾਨ ਹੈ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਉਹ ਬਾਹਮਣਾ, ਜੇ ਤੂੰ ਬ੍ਰਾਹਮਣ ਦੇ ਬਾਹਮਣੀ ਦੇ ਜਾਇਆ ਹੋਇਆ ਹੁਣ ਕਰਕੇ ਹੀ ਬ੍ਰਾਹਮਣ ਬਣ ਗਿਆ ਤੇ ਦੁਨੀਆ ਦੇ ਲੋਕਾਂ ਨਾਲੋਂ ਤੇਰਾ ਵੱਖਰਾ ਨਹੀਂ ਸੀ ਜੰਮਣ। ਉਸੇ ਰਸਤੇ ਹੀ ਤੂੰ ਆਇਆ ਜਿਹੜੇ ਰਸਤੇ ਸੰਸਾਰ ਨੇ ਲੋਕਾਂ ਨੇ ਜਨਮ ਲਿਆ। ਕੋਈ ਵੱਖਰਾਪਣਾ ਨਹੀਂ ਤੇਰਾ। ਬ੍ਰਾਹਮਣ ਤਾਂ ਹੈ ਬ੍ਰਹਮ ਬਿੰਦਾ ਤਿਸ ਦਾ ਰਹਿਮਤ ਰਹਿ। ਇੱਕ ਸ਼ਬਦ ਲਿਵ ਲਾਏ ਨੋ ਨਿੱਤੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹੱਥ ਤੇ ਸਦਾ ਵਸਾਏ। ਜਿਹੜਾ ਇੱਕ ਸ਼ਬਦ ਨਾਲ ਲਿਵ ਲਾ ਲੈਂਦਾ ਹੈ, ਬ੍ਰਹਮ ਦੇ ਬਿੰਦਾ ਜਾਣਨ ਵਾਲਾ ਹੋ ਜਾਂਦਾ ਹੈ। ਅਸਲ 'ਚ ਬ੍ਰਾਹਮਣ ਤੇ ਉਹ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਭਾਈ ਗੁਰੂ ਵਾਲਾ ਬਣਿਆ ਨਾ ਸਹਜੇ ਸਤਿਗੁਰੂ ਨਾ ਸੇਵਿਓ। ਗੁਰੂ ਦੀ ਸੇਵਾ ਨੇ ਕੀਤੀ, ਗੁਰੂ ਵਾਲਾ ਬਣਿਆ ਨਹੀਂ ਤੇ ਸਹਜੇ ਗਿਆਨ ਵਾਲਾ ਵੀ ਨਹੀਂ ਹੋਇਆ ਹੈ। ਹਾਂ, ਅੱਖਰਾਂ ਦੀ ਗਿਣਤੀ ਕਰਕੇ ਮੇਰੇ ਵਰਗਾ ਕਹਿੰਦਾ ਮੈਂ ਤੇ ਗਿਆਨੀ ਹਾਂ। ਇੱਥੋਂ ਤੱਕ ਕਿ ਕਈ ਵਾਰ ਸ਼ੱਕ ਇਹ ਵੀ ਪੈ ਜਾਂਦਾ ਵੀ ਸ਼ਾਇਦ ਮੈਂ ਵੀ ਬ੍ਰਹਮ ਗਿਆਨੀ ਹਾਂ। ਸ਼ੱਕ ਪੈ ਜਾਂਦਾ ਲੋਕਾਂ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤੇ ਹਉਮੈ ਵਾਲੀ ਕਹਾਣੀ ਹੈ ਬਈ। ਹਉਮੈ ਜਨਮ ਵਿਨਾਸ਼, ਹਉਮੈ ਹੰਗਤਾ ਮਮਤਾ ਦੇ ਵਿੱਚ ਮਨੁੱਖ ਜਨਮ ਮੋਲਕ ਹੀਰਾ ਮਿਲਿਆ ਹੋਇਆ ਵਿਨਾਸ਼ ਨਾਸ਼ ਕਰ ਲੈਂਦਾ। ਰਸਨਾ ਹਰ ਰਸਨਾ ਚਖਿਓ, ਕਮਲ ਨਾ ਹੋਇਓ ਪਰਗਾਸ। ਰਸਨਾ ਦੁਆਰਾ ਵਾਹਿਗੁਰੂ ਦਾ ਪਰਮੇਸ਼ਰ ਦਾ ਰਸ ਆਉਂਦਾ ਹੈ, ਪਰ ਰਸਨਾ ਹਰ ਰਸ ਨਾ ਚਖਿਓ। ਰਸਨਾ ਤਾਂ ਹੀ ਹੈ ਰਸ ਦੱਸਦੀ ਹੈ। ਮਾੜੀ ਜੀ ਲੱਗੇ ਦੱਸ ਦਿੰਦੀ ਹੈ ਤੇ ਮਿਰਚ ਹੈ, ਮਾੜੀ ਜੀ ਲੱਗੇ ਦੱਸ ਦਿੰਦੀ ਹੈ ਇਹ ਮਿੱਠਾ ਹੈ। ਰਸ ਨੂੰ ਦੱਸਦੀ ਹੈ ਕੈਸਾ ਹੈ, ਇਸੇ ਕਰਕੇ ਹੀ ਰਸਨਾ ਹੈ। ਇਹਦੇ ਨਾਲ ਹਰ ਰਸ ਨਾ ਚਖਿਓ। ਪਰਮੇਸ਼ਰ ਦਾ ਰਸ ਨਹੀਂ ਚਖਿਆ, ਉਹਦਾ ਰਸ ਨਹੀਂ ਲਿਆ, ਉਹਦੇ ਜਪਣ ਤੱਕ ਤੇ ਪਹੁੰਚਿਆ ਹੀ ਨਹੀਂ ਹੈ। ਸ਼ੰਕੇ ਹੀ ਪੈਦਾ ਕਰਦਾ ਰਿਹਾ ਏ ਤੇ ਤੋਤਾ ਰਟਨੇ। ਕੀ ਮਿਲੇਗਾ ਇਹਦੇ ਵਿੱਚੋਂ? ਜਦੋਂ ਰਸ ਚਖੂਗਾ ਫਿਰ ਹੀ ਮਿਲੇਗਾ। ਰਸਨਾ ਹਰ ਰਸ ਨਾ ਚਖਿਓ। ਜੇ ਰਸਨਾ ਦੁਆਰਾ ਵਾਹਿਗੁਰੂ ਦਾ ਪਰਮੇਸ਼ਰ ਦਾ ਰਸ ਚਖੇਗਾ ਫਿਰ ਰਿਦਾ ਨੂੰ ਕਮਲ ਦਾ ਤਰਜੀਹ ਦਿੱਤੀ ਹੈ। ਕਮਲ ਨਾ ਹੋਇਓ ਪ੍ਰਗਾਸ਼। ਰਿਦਾ ਜਿਹੜਾ ਕਮਲ ਹੈ ਇਹ ਊਂਦਾ ਹੈ, ਮੁੱਦਾ ਹੈ। ਜਦੋਂ ਕੋਈ ਸ਼ਬਦ ਦੇ ਰਸ ਨੂੰ ਚਖਦਾ ਤੇ ਫਿਰ ਇਹ ਖਿੜ ਜਾਂਦਾ ਹੈ। ਇਸੇ ਤਰ੍ਹਾਂ ਹੀ ਪਰ ਗੁਰੂ ਸ਼ਬਦ ਦੇ ਰਸ ਨੂੰ ਤੇ ਚਖਿਆ ਨਹੀਂ ਹੈ, ਇਸੇ ਕਰਕੇ ਰਿਦਾ ਕਮਲ ਹੈ ਜਿਹੜਾ ਇਹ ਪ੍ਰਗਾਸ਼ ਨਹੀਂ ਹੋਇਆ, ਖਿੜਿਆ ਨਹੀਂ ਹੈ। ਦੇਖ ਖਾਦੀ ਮਨ ਮੁਖ ਮੁਆ, ਮਾਇਆ ਮੋਹਿ ਵਿਨਾਸ਼। ਦੇਖ ਖਾਦੀ, ਦੇਖ ਜ਼ਹਿਰ ਨੂੰ ਕਹਿੰਦੇ, ਪਰਾਈ ਨਿੰਦਿਆ ਕੰਨ ਰੂਪੀ ਜ਼ਹਿਰ ਖਾਦੀ।
ਗੁਰਬਾਣੀ 'ਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਪਸ਼ਟ ਸ਼ਬਦਾਂ ਵਿੱਚ ਕਿ ਗੁਰਬਾਣੀ ਕਹਿੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ। ਨਿੰਦਿਆ ਕੀਤੀ ਕਿਸੇ ਦੀ ਵੀ ਚੰਗੀ ਨਹੀਂ ਹੈ। ਨਿੰਦਾ ਭਲੀ ਕਿਸੇ ਕੀ ਨਾਹੀ ਕਰਦੇ ਕੌਣ ਨੇ? ਮਨਮੁਖ ਮੁਗਧ ਕਰਨ। ਉਹ ਮੂਰਖ ਮਨਮੁਖ ਲੋਕ ਨਿੰਦਿਆ ਕਰਨਾ ਹੀ ਪ੍ਰਚਾਰ ਸਮਝਦੇ ਹਨ। ਫਿਰ ਹਾਲ ਕੀ ਹੁੰਦਾ? ਗੁਰਬਾਣੀ ਕਹਿੰਦੀ ਹੈ ਮੋਹ ਕਾਲੇ ਤਿਨ ਨਿੰਦਕਾ ਨਰਕੇ ਘੋਰ ਪਵਨ। ਉਹ ਨਿੰਦਕ ਪੁਰਸ਼ਾਂ ਦੇ ਮੂੰਹ ਕਾਲੇ ਹੁੰਦੇ ਨੇ, ਘੋਰ ਨਰਕ ਵਿੱਚ ਪੈਂਦੇ ਨੇ। ਜਿਹੜੇ ਗੁਰਮੁਖ ਨੇ ਉਹ ਕਿਸੇ ਤੋਂ ਵੀ ਕੋਈ ਨਾ ਕੋਈ ਗੁਣ ਲੈ ਲੈਂਦੇ ਨੇ, ਸ਼ੁਭ ਗੁਣ ਲੈ ਲੈਂਦੇ ਨੇ, ਤੁਰੇ ਜਾਂਦੇ ਗੁਣ ਗ੍ਰਹਿਣ ਕਰ ਜਾਂਦੇ ਨੇ। ਕਿਤੇ ਦੱਤਾਤਰੇय ਸੰਨਿਆਸੀ ਹੋਇਆ ਇੱਕ, ਤੇ ਉਹਨੇ ਤੁਰੇ ਜਾਂਦੇ ਨੇ ਕਦੇ ਬਗਲੇ ਤੋਂ ਗੁਣ ਲੈ ਲਿਆ, ਕਦੇ ਸ਼ਿਕਾਰੀ ਮਾਰਦਾ ਜਾਨਵਰਾਂ ਨੂੰ ਉਹ ਤੋਂ ਵੀ ਗੁਣ ਲੈ ਗਿਆ। ਕਹਿੰਦਾ ਇਹ ਵੀ ਮੇਰਾ ਗੁਰੂ ਹੈ, ਮੈਂ ਇਹ ਤੋਂ ਆ ਗੁਣ ਲੈ ਲਿਆ। ਪਰ ਔਗਣੀ ਪੁਰਸ਼ ਔਗਣ ਗ੍ਰਹਿਣ ਕਰਦਾ ਹੈ, ਉਹਦੇ ਔਗਣਾਂ ਨੂੰ ਤੱਕਦਾ, ਗੁਣਾਂ ਨੂੰ ਨਹੀਂ ਤੱਕਦਾ। ਜੇ ਮੈਂ ਕੀਰਤਨ ਸੁਣਦਿਆਂ ਹੋਇਆਂ ਕੀਰਤਨ, ਤੇ ਜੇ ਸੰਗੀਤ ਦਾ ਕੋਈ ਗਿਆਨ ਹੈ ਤੇ ਵੀ ਫਿਰ ਜੋ ਹਾਰਮੋਨੀਅਮ ਵਜਾ ਰਿਹਾ ਉਹਦੀਆਂ ਸੁਰਾਂ ਵਿੱਚ ਧਿਆਨ ਹੈ। ਇਹ ਇੱਥੇ ਕੁਛ ਸ਼ੁੱਧ ਦੀ ਜਗ੍ਹਾ ਕੋਮਲ ਲਾ ਕੇ, ਇਹ ਇੱਥੇ ਦੀਰਘ ਸੁਰ ਲਾ ਕੇ ਕੋਮਲ ਲੱਗਣੀ ਸੀ। ਉਹ ਸੁਰਾਂ 'ਚ ਹੀ ਤੁਰਿਆ ਫਿਰਿਆ, ਸ਼ਬਦ ਦਾ ਗਿਆਨ ਹੀ ਨਹੀਂ ਲਿਆ। ਆ ਤਪਲੇ ਵਾਲਾ ਹੈ, ਇਹ ਤੇ ਕਹਿਰਵੇ ਦੀ ਜਗ੍ਹਾ ਦਾਦਰੇ ਨੂੰ ਮਾਤਰਾ ਕੱਟ ਕੇ ਵਿੱਚ ਵਜਾਈ ਜਾਂਦਾ ਹੈ, ਫਲਾਣਾ ਕਰੀ ਜਾਂਦਾ ਹੈ, ਤੇ ਮੁੱਠਾ ਕਰੀ ਜਾਂਦਾ ਹੈ। ਸਮਝ ਲਓ। ਤੇ ਅਜੇ ਤੇ ਚਮੜੇ ਦੀ ਆਵਾਜ਼ ਵਿੱਚ ਹੀ ਫਸਿਆ ਪਿਆ, ਸ਼ਬਦ ਦੀ ਆਵਾਜ਼ ਵਿੱਚ ਤੇ ਗਿਆ ਹੀ ਨਹੀਂ। ਸ਼ਬਦ ਦੀ ਆਵਾਜ਼ ਵਿੱਚ ਨਹੀਂ ਗਿਆ। ਜਿਹਨੇ ਸ਼ਬਦ ਨਾਲ ਜੁੜ ਗਿਆ, ਰਾਗੀ ਸਿੰਘ ਜੀ ਕੀ ਸ਼ਬਦ ਕਰ ਕਹਿਣ ਕਰ ਰਹੇ। ਰਾਗ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਜਿਹਨੇ ਇਹ ਸੁਣਿਆ ਉਸਨੇ ਸੁਰਾਂ ਨਹੀਂ ਸੁਣੀਆਂ, ਉਹਨੇ ਸ਼ਬਦ ਸੁਣੇ। ਗੁਰੂ ਦੀ ਬੇਨਤੀ ਹੈ, हे ਮੇਰੇ ਪਿਤਾ ਪ੍ਰਭੂ ਮੈਨੂੰ ਰੱਖ ਲੈ, ਮੈਨੂੰ ਬਚਾ ਲੈ। ਮੋਹਿ ਨਿਰਗੁਣ ਸਭ ਗੁਣ ਤੇਰੇ। ਮੈਂ ਤੇ ਨਿਰਗੁਣ ਹਾਰਾ ਹਾਂ, ਗੁਣਾ ਤੋਂ ਰਹਿਤ ਹਾਂ। ਜੇ ਗੁਣ ਨੇ ਸਭ ਤੇਰੇ ਹੀ ਨੇ ਵਾਹਿਗੁਰੂ, ਮੇਰੇ ਗੁਣ ਕੋਈ ਨਹੀਂ। ਨਿਰਗੁਣਿਆਰੇ ਕੀ ਬੇਨਤੀ ਸੁਣੋ ਗਰੀਬ ਨਿਵਾਜ। ਜੇ ਹੋ ਪੂਤ ਕਪੂਤ ਹੋ ਬਹੁਰ ਪਿਤਾ ਕੋ ਰਾਜ। ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ। ਸ਼ਬਦ ਵਿੱਚ ਜੁੜੀਏ, ਕਿਸੇ ਦੇ ਔਗਣਾਂ ਨੂੰ ਨਾ ਵੇਖੀਏ, ਔਗਣਾਂ ਨੂੰ ਨਾ ਵੇਖੀਏ, ਗੁਣਾਂ ਨੂੰ ਵੇਖੀਏ। ਸਾਂਝ ਕਰੀਜੈ ਗੁਣ ਹੈ ਕੇਰੀ, ਛਾੜ ਆਪਗਣ ਚੱਲੀ ਹੈ। ਸਾਂਝ ਕਰੀਏ ਗੁਣਾਂ ਦੀ, ਗੁਣ ਗ੍ਰਹਿਣ ਕਰੀਏ, ਔਗਣਾਂ ਨੂੰ ਛੱਡ ਦੇਈਏ। ਛੱਜ ਹੁੰਦਾ, ਛੱਜ ਦੇ ਵਿੱਚ ਕੋਈ ਗੁਣ ਤੇ ਹੁੰਦਾ ਨਹੀਂ, ਪਰ ਛੱਜ ਕੀ ਕਰਦਾ? ਜਦੋਂ ਉਹਦੇ ਚ ਦਾਣੇ ਪਾ ਦੇਈਨੇ, ਵਿੱਚ ਫੂਸ ਵੀ ਹੁੰਦਾ। ਸਿਆਣੀਆਂ ਮਾਈਆਂ ਹਵਾ ਹੋਵੇ ਨਾ ਹੋਵੇ, ਛੱਜ ਦੇ ਨਾਲ ਹੀ ਉਹਨੂੰ ਛੱਟ ਕੇ ਫੂਸ ਕੱਢ ਦਿੰਦੀ ਹੈ, ਤੇ ਛੱਜ ਫੂਸ ਕੱਢ ਕੇ ਇਕੱਲੇ ਦਾਣੇ ਦਾਣੇ ਰੱਖ ਲੈ। ਇਸੇ ਤਰ੍ਹਾਂ ਹੀ ਵਿਚਾਰਵਾਨ ਬੁੱਧੀ ਵਾਲਾ ਜਿਹੜਾ ਪੁਰਸ਼ ਹੈ, ਉਹ ਗੁਣ ਗ੍ਰਹਿਣ ਕਰਦਾ ਹੈ। ਗੁਰੂ ਦਾ ਗੁਣ ਹੈ। ਇਹ ਸ਼ਬਦ ਵਿੱਚ ਗੁਰੂ ਦੇ ਗੁਣ ਗਾਇਨ ਕੀਤੇ ਜਾ ਰਹੇ ਨੇ, ਨਾ ਕਿ ਮੈਂ ਸੁਰਾਂ ਨੂੰ ਵੇਖਣਾ, ਨਾ ਕਿ ਮੈਂ ਤਬਲੇ ਦੀ ਆਵਾਜ਼ ਨੂੰ ਵੇਖਣਾ, ਮੈਂ ਤੇ ਸ਼ਬਦ ਨੂੰ ਵੇਖਣਾ। ਸ਼ਬਦ ਕਿਹੜਾ ਗਾਇਨ ਹੋ ਰਿਹਾ ਹੈ, ਸ਼ਬਦ ਵਿੱਚ ਕੀ ਕਿਹਾ ਜਾ ਰਿਹਾ ਹੈ, ਸ਼ਬਦ ਵਿੱਚ ਕੀ ਉਪਦੇਸ਼ ਦਿੰਦੇ ਨੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਿਰਦਾ ਕਮਲ ਪ੍ਰਕਾਸ਼ ਨਹੀਂ ਹੋਇਆ, ਬਿਖ ਖਾਧੀ ਮਨ ਮੁਖ ਮੋਆ। ਨਿੰਦਿਆ ਰੂਪੀ ਜ਼ਹਿਰ ਖਾ ਲਈ, ਮਨ ਮੁਖ ਮੁਰਦਾ ਬਣ ਗਿਆ। ਇਸ ਤਰ੍ਹਾਂ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਦੇ ਮੋਹ ਵਿੱਚ ਹੋਣੇ ਕਰਕੇ ਵਿਨਾਸ਼ ਵੇ ਵਿਸ਼ੇਸ਼ ਕਰਕੇ ਸਤਿਆਨਾਸ਼ ਹੋ ਗਿਆ। ਇਕਸ ਹਰ ਕੇ ਨਾਮ ਵਿਣਾ ਤ੍ਰਿਗ ਜੀਵਨ ਤ੍ਰਿਗ ਵਾਸ। ਇਕਸ ਵੈਸੇ ਤੇ ਅਰਥ ਕਰਨ ਵਾਲੇ ਟੀਕਾਕਾਰ ਇੱਕੋ ਇੱਕ ਹੀ ਇਹਦਾ ਅਰਥ ਕਰਦੇ, ਪਰ ਟਕਸਾਲ ਵਿੱਚ ਇਕਸ ਦਾ ਅਰਥ ਕੀਤਾ ਜਾਂਦਾ ਹੈ ਜੋ ਇੱਕ ਹੈ, ਇੱਕ ਅਸ। ਇਹਦੇ ਵਿੱਚੋਂ ਇੱਕ ਐਲ ਦੀ ਸੰਧੀ ਨਿਕਲੇਗੀ ਗੁਰਮੁਖੀ ਵਿਆਕਰਨ ਅਨੁਸਾਰ। ਇੱਕ ਅਸ ਜਿਹੜਾ ਇੱਕ ਹੈ, ਪਿੱਛੇ ਵੀ ਇੱਕ ਸੀ ਹੁਣ ਵੀ ਹੈ ਤੇ ਗਾਂ ਵੀ ਇੱਕੋ ਹੀ ਹੋਵੇਗਾ। ਉਹ ਵਾਹਿਗੁਰੂ ਦੇ ਨਾਮ ਤੋਂ ਬਿਨਾ ਤਾਂ ਮਹਾਰਾਜ ਦੱਸਦੇ ਕਹਿੰਦੇ ਤ੍ਰਿਗ ਜੀਵਨ ਤ੍ਰਿਗ ਵਾਸ। ਉਸ ਪੁਰਸ਼ ਨੂੰ ਉਹਦੇ ਜੀਵਨ ਨੂੰ ਤਰਕਾਰਾਂ ਨੇ ਤੇ ਵਾਸ ਸੱਸੇ ਨੂੰ ਔਂਕੜ ਲੱਗਿਆ ਜਿਸ ਵਾਸਤੇ ਵਸਦਾ ਭਾਵ ਮਕਾਨ। ਉਹਦੇ ਵਸਣ ਵਾਲਾ ਸਰੀਰ ਰੂਪੀ ਮਕਾਨ ਵੀ ਤਰਕਾਰ ਯੋਗ ਹੈ, ਉਹ ਜੀਵ ਵੀ ਤਰਕਾਰ ਦੇ ਯੋਗ ਹੈ। ਉਹਦਾ ਜੀਵਨ ਵੀ ਕਿਸੇ ਤਰਕਾਰ ਕਹਿੰਦੇ ਕਿਹਨੂੰ ਹੈ, ਕਿਸੇ ਨੂੰ ਫਿੱਟੇ ਮੂੰਹ ਕਹੀਏ, 100 ਵਾਰ ਫਿੱਟੇ ਮੂੰਹ ਕਹੀਏ ਤੇ ਸਮਝ ਲਓ ਇੱਕ ਲਾਹਨਤ ਕਹੀਏ। ਜੇ ਕਿਸੇ ਨੂੰ 100 ਵਾਰ ਲਾਹਨਤਾਂ ਪਾਈਏ, ਲਾਹਨਤ ਹੈ ਲਾਹਨਤ ਹੈ ਲਾਹਨਤ ਹੈ, ਤੇ ਫਿਰ ਇੱਕ ਤਰਕਾਰ ਬਣਦੀ ਹੈ। ਸਤਿਗੁਰੂ ਜੀ ਇੱਥੇ ਤਰਕਾਰਾਂ ਪਾ ਰਹੇ। ਤ੍ਰਿਗ ਜੀਵਨ ਤ੍ਰਿਗ ਵਾਸ ਗੁਰਮੁਖਾ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤਾਂ ਤੇਰਾ ਜੀਵਨ ਤਰਕਾਰ ਹੈ ਤੇ ਵਸਣ ਵਾਲਾ ਮਕਾਨ ਵੀ ਵਾਸੂ, ਵਸਣ ਵਾਲਾ ਮਕਾਨ ਵੀ ਤਰਕਾਰ ਹੈ। ਜਾ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੈ ਦਾਸਨ ਦਾਸ। ਹਾਂ, ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਦੀ ਦ੍ਰਿਸ਼ਟੀ ਵਿੱਚ ਆ ਜਾਏ, ਸਾਰਿਆਂ ਤੇ ਦ੍ਰਿਸ਼ਟੀ ਹੈ ਉਸ ਦੀ, ਜਦੋਂ ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਗੁਰੂ ਦੀ ਕਿਰਪਾ ਦ੍ਰਿਸ਼ਟੀ। ਪ੍ਰਭੂ ਸੱਚਾ ਗੁਰੂ ਰੂਪ ਹੋ ਕੇ ਜਦੋਂ ਕਿਰਪਾ ਦੀ ਨਜ਼ਰ ਪਾ ਦਿੰਦਾ ਤਾਂ ਹੋਵੇ ਦਾਸਨ ਦਾਸ। ਲੋਕ ਕਹਿੰਦੇ ਸਨ ਸਾਨੂੰ ਟਕਸਾਲ ਦਾ ਮੁਖੀ ਵੀ ਅਨਪੜ੍ਹ ਹੁੰਦਾ ਹੈ। ਬਾਬਾ ਠਾਕੁਰ ਸਿਉ ਅਨਪੜ੍ਹ ਬੁੜਾ ਕਹਿੰਦੇ ਤੁਸੀਂ ਟਕਸਾਲ ਦਾ ਮੁਖੀ ਬਣਾਈ ਫਿਰਦੇ ਹੋ। ਪਰ ਬਾਬਾ ਜੀ ਜਦੋਂ ਦਸਖਤ ਕਰਦੇ ਸਨ, ਆਰੰਭ ਵਿੱਚ ਲਿਖਦੇ ਸਨ ਦਾਸਨ ਦਾਸ ਠਾਕੁਰ ਸਿੰਘ। ਗੁਰੂ ਦੇ ਦਾਸਾਂ ਦਾ ਵੀ ਗਾਹਾਂ ਦਾਸ ਹੁੰਦਾ। ਏਡੀ ਨਿਮਰਤਾ ਪ੍ਰਾਪਤ ਹੋ ਜਾਵੇ, ਦਾਸਾਂ ਦਾ ਦਾਸ। ਇੱਕ ਵਾਰ ਵੈਦ ਜੀ ਕੋਲ ਬੇਨਤੀ ਕੀਤੀ ਜੀ, ਐ ਕਹਿੰਦੇ ਨੇ ਵੀ ਬਾਬੇ ਠਾਕੁਰ ਸਿੰਘ ਨੂੰ ਅਨਪੜ੍ਹ ਬੁੜਾ ਕਹਿੰਦੇ ਐ। ਵੈਦ ਜੀ ਕਹਿੰਦੇ ਗੁਰ ਪ੍ਰਤਾਪ ਤੇ ਮੈਂ ਪੜ੍ਹਾਇਆ, ਜਿਹਦੀ ਇਹਨਾਂ ਲੋਕਾਂ ਨੂੰ, ਜਿਹੜੇ ਲੋਕ ਕਹਿੰਦੇ ਨੇ ਠਾਕੁਰ ਸਿੰਘ ਅਨਪੜ੍ਹ, ਉਹਨਾਂ ਨੂੰ ਕਥਾ ਵੀ ਨਹੀਂ ਆਉਂਦੀ, ਉਚਾਰਨ ਤੱਕ ਹੀ ਕਰ ਲੈਣਾ, ਸਗੋਂ ਨਿੰਦਿਆ ਕਰਦੇ ਨੇ ਜਦੋਂ ਉੱਥੇ ਵਿਚਾਰ ਤੱਕ ਹੀ ਨਹੀਂ ਪਹੁੰਚ ਸਕਦੇ। ਕਹਿੰਦੇ ਉਹ ਮੈਂ ਪੜ੍ਹਾਇਆ ਸਾਰਾ, ਬਾਬੇ ਠਾਕੁਰ ਸਿੰਘ ਅਨਪੜ੍ਹ ਨਹੀਂ ਹੈ। ਪਰ ਹਾਂ, ਉਹਨਾਂ ਨੇ ਸਵਾਲ ਨਹੀਂ ਬਣਾਇਆ ਕਥਾ ਕਰਨ ਦਾ। ਵੈਦ ਜੀ ਨੇ ਸਾਰਿਆਂ ਨੂੰ ਸਾਨੂੰ ਪੜ੍ਹਾਇਆ। ਸੰਤ ਕਰਤਾਰ ਸਿੰਘ ਜੀ ਨੇ ਜਿਤਨੇ ਛੋਟੇ ਗ੍ਰੰਥ ਸਨ ਵਿਦਾਂਤ ਦੇ ਵੈਦ ਜੀ ਕੋਲ ਪੜ੍ਹੇ ਸਨ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਤੜਕ ਜੋਧੇ, ਉਹਨਾਂ ਨੇ ਵੀ ਛੋਟੇ ਗ੍ਰੰਥ ਵੈਦ ਜੀ ਕੋਲੋਂ ਪੜ੍ਹੇ ਸਨ। ਤੇ ਬਾਬਾ ਠਾਕੁਰ ਸਿੰਘ ਜੀ ਨੇ ਵੀ ਪੜ੍ਹਿਆ ਸੀ, ਪਰ ਨਾ ਵੈਦ ਜੀ ਨੇ ਸਾਰੀ ਜ਼ਿੰਦਗੀ ਕਥਾ ਕੀਤੀ, ਨਾ ਬਾਬੇ ਠਾਕੁਰ ਸਿੰਘ ਨੇ ਕੀਤੀ। ਦਾਸਨ ਦਾਸ ਤੋਂ ਚਲੋ ਜਾਈ ਚੱਲ ਪਈ। ਉਹ ਸਤਿਗੁਰੂ ਜੀ ਕਹਿੰਦੇ ਜੇ ਪਰਮੇਸ਼ਰ ਦੀ ਦ੍ਰਿਸ਼ਟੀ ਹੋ ਜਾਵੇ ਤਾਂ ਦਾਸਨ ਦਾਸ ਬਣਦਾ। ਤਾਂ ਆਨ ਦਿਨ ਸੇਵਾ ਕਰੇ ਸਤਿਗੁਰੂ ਕੀ, ਕਬਹਿ ਨਾ ਛੋੜੈ ਪਾਸ। ਫੇਰ ਤਾਂ ਬਈ ਰਾਤ ਦਿਨ ਗੁਰੂ ਕੀ ਸੇਵਾ ਦੇ ਵਿੱਚ ਲੱਗਿਆ ਰਹਿੰਦਾ, ਕਦੇ ਵੀ ਪਾਸ ਦਾ ਅਰਥ ਹੁੰਦਾ ਨੇੜਾ ਤੇੜਾ, ਗੁਰੂ ਦਾ ਨੇੜਾ ਤੇੜਾ ਨਹੀਂ ਛੱਡਦਾ ਹੈ। ਜਿਉ ਜਲ ਮਹਿ ਕਮਲ ਅਲਿਪ ਤੋ ਵਰਤੈ, ਤਿਉ ਵਿੱਚ ਗਿਰਹਿ ਉਦਾਸ। ਦ੍ਰਿਸ਼ਟਾਂਤ ਦਿੰਦੇ ਨੇ ਜਿਵੇਂ
ਪਾਣੀ ਦੇ ਵਿੱਚ ਕਵਲ ਨੂੰ ਚੁੱਕੋ ਪੱਤੇ ਸੁੱਕੋ ਹੀ ਹੁੰਦੇ ਆ, ਭਿੱਜਦੇ ਨਹੀਂ ਹਨ। ਇਸੇ ਤਰ੍ਹਾਂ ਹੀ ਗੁਰਮੁਖ ਜਨ ਤਿਉ ਵਿੱਚੇ ਗਿਰਹਿ ਉਦਾਸ, ਗੁਰਮੁਖ ਗ੍ਰਹਿ ਹੀ ਮਾਹਿ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੀ। ਇਸ ਤਰ੍ਹਾਂ ਉਹ ਉਦਾਸ ਕਈ ਨਿਰਲੇਪ ਰਹਿੰਦੇ ਨੇ ਗ੍ਰਹਿ ਤੋਂ। ਭੁੱਲਾਂ ਚੁੱਕਾਂ ਕਈ ਪ੍ਰਕਾਰ ਦੀਆਂ ਆਪ ਸਭ ਸੰਗਤ ਨੇ ਕਿਰਪਾ ਕਰਨੀ, ਖਿਮਾ ਕਰਨੀਆਂ। ਕੋਈ ਗੁਰਬਾਣੀ ਦਾ ਸ਼ਬਦ ਦਾ ਗੁਣ ਮਿਲਿਆ ਹੋਵੇ ਤੇ ਉਹਨੂੰ ਗ੍ਰਹਿਣ ਕਰ ਲੈਣਾ। ਔਗਣ ਮੇਰੇ ਜਾਣ ਕਰਕੇ ਉਹ ਮੇਰੀ ਝੋਲੀ ਵਿੱਚ ਪਾ ਦੇਣੇ। ਭੁੱਲਾਂ ਚੁੱਕਾਂ ਸਭ ਸੰਗਤ ਨੇ ਮੇਰੀਆਂ ਜਾਣ ਕਰਕੇ ਖਿਮਾ ਕਰ ਦੇਣੀ। ਜਿਉ ਜਲ ਮਹਿ ਕਮਲ ਅਲਿਪ ਤੋ ਵਰਤੈ, ਤਿਉ ਵਿੱਚੇ ਗਿਰਹਿ ਉਦਾਸ। ਜਨ ਨਾਨਕ ਕਰੇ